ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਆਓ ਕਰੀਏ ਪ੍ਰਮਾਤਮਾ ਦਾ ਸ਼ੁਕਰਾਨਾ ਜਿਨੇ ਸਾਨੂੰ ਇਹ ਵਧੀਆ ਜਿਹਾ ਦਿਨ ਦਿੱਤਾ। ਚਿਹਰੇ 'ਤੇ ਲਿਆਓ ਇੱਕ ਵੱਡੀ ਸਾਰੀ ਮੁਸਕਰਾਹਟ ਇੱਦਾਂ ਦੀ, ਅਤੇ ਇਹੋ ਹੀ ਆ ਸ਼ੁਕਰਾਨਾ ਉਸ ਪ੍ਰਮਾਤਮਾ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਚੀਨ ਦੇ ਨਾਲ ਰਿਲੇਟਿਡ ਹੈ। ਕਹਿੰਦੇ ਨੇ ਇੱਕ ਵਾਰੀ 3 ਬੁੱਧੇ ਸੀ ਉੱਥੇ ਜਿਹੜੇ ਹੱਸਦੇ ਰਹਿੰਦੇ ਹਮੇਸ਼ਾ, ਜਿੱਥੇ ਵੀ ਕਿਤੇ ਜਾਂਦੇ, ਜਿੱਥੇ ਵੀ ਕਿਤੇ ਬਹਿੰਦੇ, ਹਮੇਸ਼ਾ ਹੱਸਦੇ ਰਹਿੰਦੇ, ਖੁੱਲ੍ਹ ਕੇ ਹੱਸਦੇ। ਅਤੇ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਹੱਸਣ ਵਾਲੇ ਬੁੱਧੇ ਕਰਕੇ ਜਾਣੇ ਜਾਂਦੇ। ਲੋਕਾਂ ਨੂੰ ਕਿੰਨੀਆਂ ਵੀ ਦੁੱਖ ਤਕਲੀਫਾਂ ਹੁੰਦੀਆਂ, ਜਦੋਂ ਵੀ ਉਹਨਾਂ ਨੂੰ ਵੇਖ ਲੈਂਦੇ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ। ਜਦੋਂ ਵੀ ਕਿਸੇ ਪਿੰਡ ਦੇ ਵਿੱਚ ਪਹੁੰਚਦੇ, ਲੋਕੀ ਪੁੱਜ ਕੇ ਉਹਨਾਂ ਨੂੰ ਵੇਖਣ ਜਾਂਦੇ। ਬੱਚੇ, ਬੁੜੇ, ਜਵਾਨ, ਔਰਤਾਂ ਸਾਰੇ ਇਹਨਾਂ ਨੂੰ ਵੇਖਣ ਦੇ ਲਈ, ਮਿਲਣ ਦੇ ਲਈ ਆਉਂਦੇ। ਬਹੁਤਾ ਬੋਲਦੇ ਨਹੀਂ, ਸਿਰਫ ਹੱਸਦੇ। ਕੋਈ ਆਪਣੀ ਪਰੇਸ਼ਾਨੀ, ਕੋਈ ਦੁੱਖ ਤਕਲੀਫ ਜਾ ਕੇ ਇਹਨਾਂ ਨੂੰ ਦੱਸਦਾ, ਅਤੇ ਤਾਂ ਵੀ ਉਹਦੇ ਉੱਤੇ ਖੁੱਲ੍ਹ ਕੇ ਹੱਸਦੇ। ਇੰਨਾ ਹੱਸਦੇ ਕਿ ਉਸ ਦੁਖੀ ਦਾ ਆਪਣੇ ਆਪ ਹਾਸਾ ਨਿਕਲ ਜਾਂਦਾ। ਇਸ ਵਜ੍ਹਾ ਦੇ ਕਰਕੇ ਲੋਕ ਇਹਨਾਂ ਨੂੰ ਕਾਫੀ ਸ਼ਰਧਾ ਦੇ ਨਾਲ ਪੂਜਣਾ ਸ਼ੁਰੂ ਕਰ ਦਿੰਦੇ। ਦੂਰ ਦਰੇਡੇ ਤੱਕ ਇੰਤਜ਼ਾਰ ਰਹਿੰਦਾ ਹੋਵੇ ਨਾ ਤੇ ਅੱਜ ਇਹ ਬੁੱਧੇ ਸਾਡੇ ਘਰ ਆਉਣ, ਅੱਜ ਇਹ ਬੁੱਧੇ ਸਾਡੇ ਪਿੰਡ ਆਉਣ। ਹਰ ਇੱਕ ਨਗਰ ਦੇ ਵਿੱਚ ਇਹ ਉਡੀਕ ਰਹਿੰਦੀ। ਪਰ ਮਨ ਮਰਜ਼ੀ ਦੇ ਮਾਲਕ ਜਿੱਥੇ ਜੀਅ ਕਰਦਾ ਉੱਥੇ ਜਾਂਦੇ, ਜਿੱਥੇ ਨਹੀਂ ਜੀਅ ਕਰਦਾ ਨਹੀਂ ਜਾਂਦੇ। ਖੂਬ ਇੰਜੋਏ ਕਰਦੇ। ਲੋਕਾਂ ਦੀਆਂ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਕਿ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ, ਇਹਨਾਂ ਨੂੰ ਕਦੀ ਉਦਾਸ ਨਹੀਂ ਵੇਖਿਆ, ਇਹਨਾਂ ਨੂੰ ਕਦੀ ਰੋਂਦੇ ਨਹੀਂ ਵੇਖਿਆ। ਲੋਕੀ ਜਿੱਦਾਂ ਇਸ ਚੀਜ਼ ਦੀ ਤਾਕ ਦੇ ਵਿੱਚ ਸੀ ਕਿ ਕਦੀ ਇਹ ਵੀ ਤੇ ਆਖਰ ਇਨਸਾਨ ਨੇ, ਇਹਨਾਂ ਨੂੰ ਵੀ ਕਿਤੇ ਦੁੱਖ ਤਕਲੀਫ ਦੇ ਵਿੱਚ ਵੇਖੀਏ। ਇਨਸਾਨੀ ਦਿਮਾਗ ਹੈ ਨਾ, ਆਪਣੇ ਨਾਲੋਂ ਉਹਨਾਂ ਨੂੰ ਅਲੱਗ ਕਰਕੇ ਕਿੱਦਾਂ ਵੇਖ ਸਕਦੇ ਸੀ। ਕਹਿੰਦੇ ਨੇ ਇੱਕ ਦਿਨ ਇੱਕ ਨਗਰ ਦੇ ਵਿੱਚ ਪਹੁੰਚੇ, ਇੱਕ ਪਿੰਡ ਦੇ ਵਿੱਚ ਪਹੁੰਚੇ। 3 ਜਣੇ ਜ਼ੋਰ ਜ਼ੋਰ ਦੀ ਹੱਸ ਰਹੇ ਨੇ, ਬਸ ਹੱਸ ਰਹੇ ਨੇ ਅਤੇ ਹੱਸ ਰਹੇ ਨੇ। ਇੱਦਾਂ ਦਾ ਪਹਿਲਾਂ ਕਦੀ ਹਾਸਾ ਕਿਸੇ ਨੇ ਨਹੀਂ ਵੇਖਿਆ ਇਹਨਾਂ ਦਾ। ਅੱਜ ਇੰਨਾ ਕੁ ਤੇਜ਼ ਅਤੇ ਇੰਨਾ ਕੁ ਲੰਮਾ ਹੱਸ ਰਹੇ ਨੇ ਜਿੱਦਾਂ ਪਤਾ ਨਹੀਂ ਕਿੱਡੀ ਕੁ ਵੱਡੀ ਖੁਸ਼ੀ ਮਿਲ ਗਈ ਹੋਵੇ। ਖੌਰੇ ਅੱਜ ਕੀ ਵੇਖ ਲਿਆ ਹੋਵੇ। ਹੱਸਦੇ 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 ਲੋਕਾਂ ਦੇ ਵਿੱਚ ਹਾਲੇ ਗੱਲਾਂ ਚੱਲ ਹੀ ਰਹੀਆਂ ਨੇ ਕਿ ਇੰਨਾ ਜ਼ਿਆਦਾ ਹੱਸਿਆ ਤੇ ਬੰਦਾ ਮਰ ਵੀ ਸਕਦਾ। ਅਤੇ ਇਹਨੇ ਦੇ ਵਿੱਚ ਪਟਾਕ ਦੇਣੀ ਇੱਕ 3 ਦੇ ਵਿੱਚੋਂ ਧਰਤੀ ਦੇ ਉੱਤੇ ਡਿੱਗਾ, ਅਤੇ ਧਰਤੀ ਦੇ ਉੱਤੇ ਡਿੱਗਦੇ ਹੀ ਆਪਣੇ ਸਵਾਸ ਛੱਡਦੇ। ਬਾਕੀ ਦੇ ਬਚੇ 2 ਬੁੱਧੇ ਉਹਨੂੰ ਵੇਖਦੇ ਨੇ ਕਿ ਇਹ ਆਪਣੇ ਸਵਾਸ ਛੱਡ ਗਿਆ। ਫਿਰ ਹੱਸਣਾ ਸ਼ੁਰੂ ਕਰ ਦਿੰਦੇ ਨੇ। ਲੋਕ ਹੈਰਾਨ ਨੇ ਕਿਉਂਕਿ ਲੋਕ ਚਾਹੁੰਦੇ ਸੀ ਕਿ ਇਹਨਾਂ ਦਾ ਸਾਥੀ ਅੱਜ ਦੁਨੀਆ ਛੱਡ ਗਿਆ, ਹੱਸਦੇ ਹੱਸਦੇ ਮਰ ਗਿਆ। ਇਹਨਾਂ ਨੂੰ ਰੋਣਾ ਚਾਹੀਦਾ, ਇਹਨਾਂ ਨੂੰ ਦੁੱਖ ਕਰਨਾ ਚਾਹੀਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਉਹਨੂੰ ਆਪਣੀ ਗੋਦੀ ਦੇ ਵਿੱਚ ਰੱਖ ਕੇ ਹੱਸ ਰਹੇ ਨੇ, ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਹੱਸਦੇ ਸੀ। ਹਾਸਾ ਥੋੜ੍ਹਾ ਜਿਹਾ ਮੱਧਮ ਪੈਣ ਦੇ ਉੱਤੇ ਬਾਕੀ ਕੁਛ ਲੋਕ ਤਾਂ ਚਲੇ ਗਏ, ਪਰ ਕੁਛ ਸਿਆਣੇ ਲੋਕ ਪਿੰਡ ਦੇ ਅੱਗੇ ਆਏ। ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹੱਸ ਕਿਉਂ ਰਹੇ ਹੋ। ਥੋੜ੍ਹਾ ਹੌਸਲਾ ਕਰਕੇ ਬੁੱਧਿਆਂ ਨੂੰ ਪੁੱਛਿਆ, ਅਤੇ ਉਹਨਾਂ ਨੇ ਕਿਹਾ, ਜਦੋਂ ਆਪਾਂ ਤੁਹਾਡੇ ਪਿੰਡ ਵੱਲ ਨੂੰ ਆ ਰਹੇ ਸੀ ਨਾ, ਅਤੇ ਇਸ ਸਾਡੇ ਸਾਥੀ ਨੇ ਸਾਡੇ ਨਾਲ ਸ਼ਰਤ ਲਾਈ ਸੀ। ਇਹਨੇ ਕਿਹਾ ਸੀ ਚਲੋ ਅੱਜ ਵੇਖਦੇ ਹਾਂ, ਹੁਣ ਬਜ਼ੁਰਗ ਹੋ ਚੁੱਕੇ ਹਾਂ, ਦੁਨੀਆ ਤੋਂ ਜਾਣ ਦਾ ਸਮਾਂ ਆ ਗਿਆ, ਚਲੋ ਭਲਾ ਅੱਜ ਵੇਖਦੇ ਹਾਂ ਹੱਸਦੇ ਹੱਸਦੇ ਕਿਹੜਾ ਪਹਿਲਾਂ ਦੁਨੀਆ ਨੂੰ ਛੱਡ ਕੇ ਜਾਂਦਾ, ਅਤੇ ਜਿਹੜਾ ਹੱਸਦੇ ਹੱਸਦੇ ਅੱਜ ਪਹਿਲਾਂ ਮਰ ਗਿਆ ਉਹ ਸਾਡੇ 'ਚੋਂ ਜਿੱਤ ਗਿਆ। ਅਤੇ ਖੁਸ਼ਕਿਸਮਤੀ ਵੇਖੋ ਇਹਦੀ, ਇਹੋ ਹੀ ਜਿੱਤ ਗਿਆ। ਇੰਨਾ ਕਹਿ ਕੇ ਫੇਰ ਹੱਸਣ ਲੱਗ ਪੈਂਦੇ ਨੇ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਰਨ ਤੇ ਕੀ ਕਰਨ, ਕੀ ਦੁੱਖ ਕਰਨ ਇਹਨਾਂ ਦੇ ਨਾਲ। ਆਖਰੀ ਕਿਰਿਆ ਕਰਮ ਦਾ ਇੰਤਜ਼ਾਮ ਕੀਤਾ ਗਿਆ, ਅਤੇ ਬਾਕੀ ਬਚੇ 2 ਬੁੱਧਿਆਂ ਨੇ ਕਿਹਾ, ਤੁਹਾਨੂੰ ਪਤਾ ਇਹ ਜਾਂਦੇ ਜਾਂਦੇ ਸਾਨੂੰ ਇਹ ਵੀ ਕਹਿ ਕੇ ਗਿਆ ਸੀ ਕਿ ਮੇਰੇ ਕਿਰਿਆ ਕਰਮ ਦੇ ਉੱਤੇ ਨਵੇਂ ਕੱਪੜੇ ਮੈਨੂੰ ਨਾ ਪਾਏ ਜਾਣ। ਜਿਹੜੇ ਕੱਪੜਿਆਂ ਦੇ ਵਿੱਚ ਮੈਂ ਹਾਂ, ਉਹਨਾਂ ਹੀ ਕੱਪੜਿਆਂ ਦੇ ਵਿੱਚ ਮੈਨੂੰ ਅੱਗ ਲਾਈ ਜਾਵੇ।
मैं सारी जिंदगी दुख कदी अपने नेड़े नहीं आउण दिता, कदी भी कोई तकलीफ मैं अपने उत्ते हावी नहीं होण दित्ती। ते मैं नहीं चाहुंदा कि मेरे मरण तो बाद कुछ नवां तुसीं मेरे शरीर दे उत्ते पा दो। जो मेरे कोल है वो बहुत वधिया। ते कहंदे ने कि अपने आखिरी क्रियाक्रम का भी सारा ब्यौरा दस के गया। ते इन्ना कह के बुੱਧੇ फिर हसना शुरू करते हैं। हसद्या हसद्या इनू लांबू लाउंदे ने। वेंद्या वेंद्या इहदा शरीर अग खा जाती है, पर यह हसना बंद नहीं करते। ते हुण सारे पिंड दे लोग जिहड़े आले दुआले इकट्ठे होए ही, कहंदे ने उन्होंने भी हसना शुरू किया। इन्ना हसदे रहे जिन्ना चिर तक सिवा ठंडा नहीं पै गया। ये सारे लोग उन्हां बुੱਧਿਆਂ दे नाल बैठे हसदे रहे। ते इस तरह दे नाल हसद्या हसद्या एक बुੱਧੇ ने अपनी जीवन लीला खत्म कर दी। ते बाकी बुੱਧੇ भी इस तरह दे नाल मरना चाहुंदे ने ते बाकियां नूं भी इहो संदेश देना चाहुंदे ने। कोई भी दुख तकलीफ होवे, कोई भी वड्डी तो वड्डी मुसीबत होवे, उहनूं हस के सामना करो ਉਹਦਾ। ते जे तुसीं हसदे हो तो ਉਹ दुख तकलीफ आपे ही दूर भੱਜ ਜਾਂਦੀ ਆ कि ਇਹਨੂੰ ਤੇ ਕੋਈ फर्क ही नहीं पैंदा। ਤੇ ਇਹੋ ਹੀ ਸੰਦੇਸ਼ ਜਾਂਦੇ ਜਾਂਦੇ ਬੁੱਧਿਆਂ ਨੇ ਦਿੱਤਾ। बड़े सारे लोग जिन्हां दा रोण नूं जी करदा सी, बड़े सारे लोग जिन्हां दा सानू रोंदे होए वेखण नूं जी करदा ਸੀ कि उन्हां दा साथी चला गया। ਇਹ ਕਿੱਦਾਂ ਦੇ ਲੋਕ ਨੇ, ਇਹ रोंदे क्यों नहीं? ਇੰਨਾ ਲੰਮਾ ਸਾਥ ਸੀ, ਇੰਨਾ ਖੁਸ਼ਨੁਮਾ ਸਾਥ ਸੀ। ਤੇ ਉਹ ਲੋਕ ਇਹ ਸਭ ਵੇਖ ਨਹੀਂ ਸਕੇ। ਉਹ ਸਾਡੇ ਨਾਲ ਨਾਰਾਜ਼ਗੀ ਸ਼ੋਅ ਕਰਕੇ ਜਿੱਦਾਂ ਪਰੇ ਚਲੇ ਗਏ ਨੇ ਨਾ, ਇਸੇ ਤਰ੍ਹਾਂ ਦੇ ਨਾਲ ਦੁੱਖ ਤਕਲੀਫਾਂ ਨੇ। ਜੇ ਤੁਸੀਂ ਹੱਸਦੇ ਹੋ, ਹਰ ਇੱਕ ਮੁਸੀਬਤ ਦੇ ਉੱਤੇ ਹੱਸਦੇ ਹੋ, ਹਰ ਇੱਕ ਪਲ ਹੱਸਦੇ ਹੋ, ਤੇ ਉਹ ਦੁੱਖ ਤਕਲੀਫਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਦੂਰ ਚਲੀਆਂ ਜਾਂਦੀਆਂ ਨੇ, ਕਦੀ ਵੀ ਤੁਹਾਡੇ ਲਾਗੇ ਨਹੀਂ ਆਉਂਦੀਆਂ। ਸੋ ਆਓ ਫਿਰ ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਦੁੱਖ ਤਕਲੀਫਾਂ ਦੂਰ ਕਿੱਦਾਂ ਕਰਨੀਆਂ ਨੇ, ਕਿਉਂਕਿ ਇਹ ਤੇ ਸਾਰਿਆਂ ਨੂੰ ਹੀ ਨੇ। ਤੇ ਹਰ ਕੋਈ ਹੱਲ ਲੱਭਦਾ ਫਿਰਦਾ ਕਿ ਕਿੱਦਾਂ ਆਪਾਂ ਇਹਨਾਂ ਤੋਂ ਦੂਰ ਭੱਜਣਾ, ਕਿੱਦਾਂ ਆਪਾਂ ਇਹਨਾਂ ਨੂੰ ਦੂਰ ਕਰਨਾ, ਕਿੱਦਾਂ ਖੁਸ਼ ਰਹਿਣਾ। ਤੇ ਖੁਸ਼ ਰਹਿਣ ਦਾ ਇਹ ਇੱਕ ਤਰੀਕਾ ਇਹਨਾਂ ਬੁੱਧਿਆਂ ਦੇ ਕੋਲੋਂ ਜੇਕਰ ਕੋਈ ਸਿੱਖ ਸਕੇ। ਆਓ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਵੀ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰੀਏ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।